ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਜਪਜੀ ਸਾਹਿਬ ਪੌੜੀ ਨੰਬਰ 18 ਬਾਰੇ ਵਿਚਾਰ ਕਰਨ ਜਾ ਰਹੇ ਹਾਂ। ਜਿਵੇਂ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਹੈ ਜਿਹੜਾ ਗੁਰੂ ਦੀਆਂ ਰਮਜ਼ਾਂ ਨੂੰ ਹੂਬਹੂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਉਹਨਾਂ ਪ੍ਰਾਣੀ ਵਿਚਾਰ ਕਰ ਸਕਦਾ ਹੈ, ਉਹਨਾਂ ਸਮਝ ਸਕਦਾ ਹੈ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹੀ ਇਨਸਾਨ ਬੋਲ ਸਕਦਾ ਹੈ, ਸੁਣ ਸਕਦਾ ਹੈ। ਜਪਜੀ ਸਾਹਿਬ ਦੇ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਰੀ ਸ੍ਰਿਸ਼ਟੀ ਦੀ ਅਕਲ, ਵਿਜ਼ਡਮ, ਜਿਵੇਂ ਆਪਾਂ ਇਹ ਕਹਿ ਲਈਏ ਇਨਸਾਈਕਲੋਪੀਡੀਆ ਆਫ ਯੂਨੀਵਰਸ, ਬਹੁਤ ਹੀ ਸਾਦੇ ਤਰੀਕੇ ਦੇ ਨਾਲ ਪਾਇਆ ਹੈ, ਪਰੋਇਆ ਹੈ, ਸਜਾਇਆ ਹੈ। ਗਿਆਨ ਹੈ ਜਿਹੜਾ ਸ੍ਰਿਸ਼ਟੀ ਦਾ। ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇੱਕ ਓਂਕਾਰ ਤੋਂ ਸ਼ੁਰੂ ਕਰਕੇ ਕੀਤੀ ਛੁੱਟੀ ਨਾਲ ਜਪਜੀ ਸਾਹਿਬ ਨੂੰ ਪੜ੍ਹ ਕੇ ਇਨਸਾਨ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਂਦਾ ਹੈ ਅਤੇ ਪ੍ਰਭੂ ਦੀ ਵਿਰਾਟਤਾ ਦਾ ਗਿਆਨ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਨੇ ਇਸ 18ਵੀਂ ਪੌੜੀ ਦੇ ਵਿੱਚ ਉਹਨਾਂ ਚੁਗਲਖੋਰਾਂ, ਨਿੰਦਕਾਂ, ਧੱਕੇਸ਼ਾਹਾਂ, ਹੰਕਾਰੀਆਂ ਦੀ ਗੱਲ ਕੀਤੀ ਹੈ, ਜਿਹੜੇ ਗਰੀਬ ਨੂੰ ਦੇਖ ਕੇ ਗਰਦਨ ਅਕੜਾਉਂਦੇ ਨੇ, ਸਿਰ ਉੱਚਾ ਚੱਕ ਕੇ ਹਵਾ ਵੱਲ ਥੁੱਕਦੇ ਨੇ, ਜਲੀਲ ਕਰਦੇ ਆ ਮਜ਼ਲੂਮਾਂ ਨੂੰ। ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਸਾਨੂੰ ਸਮਝਾਇਆ ਹੈ ਕਿ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਉਹਨਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ, ਗਿਣਤੀ ਤੋਂ ਬਾਹਰ ਹਨ, ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਠੱਗੀ ਠੋਰੀ ਲਾਉਣੀ ਹੈ, ਚੁਗਲੀ ਨਿੰਦਿਆ ਕਰਨੀ ਹੈ, ਗਰੀਬ ਨੂੰ ਧਮਕਾਉਣਾ ਹੈ, ਡਰਾਉਣਾ ਹੈ। ਗੁਰੂ ਪਿਆਰਿਓ, ਜਿਵੇਂ ਅਖਬਾਰ ਹੈ ਜਿਹੜਾ ਜਾਂ ਮੀਡੀਆ, ਉਹਦੀਆਂ ਸੁਰਖੀਆਂ ਜਿੰਨੀਆਂ ਵੀ ਮਾੜੀਆਂ ਹੁੰਦੀਆਂ ਨੇ ਉਹਨਾਂ ਨੂੰ ਲੋਕ ਧਿਆਨ ਨਾਲ ਛੇਤੀ ਸੁਣਦੇ ਹਨ। ਪ੍ਰਚਾਰ ਬਹੁਤ ਛੇਤੀ ਜਿਹੜੀਆਂ ਭੈੜੀਆਂ ਘਟਨਾਵਾਂ ਨੇ ਉਹਨਾਂ ਦਾ ਹੁੰਦਾ ਹੈ। ਇਸੇ ਤਰ੍ਹਾਂ ਉਹ ਲੋਕ ਜਿਹੜੇ ਧੱਕਾਸ਼ਾਹੀ ਕਰਦੇ ਹਨ ਉਹ ਪ੍ਰੈਸ ਦੇ ਵਿੱਚ ਛੇਤੀ ਆ ਜਾਂਦੇ ਹਨ, ਆਪਣੇ ਆਪ ਨੂੰ ਮਨੁੱਖਤਾ ਦਾ ਨਾਇਕ ਮੰਨਣ ਲੱਗ ਜਾਂਦੇ ਹਨ। ਬੇਸ਼ੱਕ ਖਲਨਾਇਕ ਹੀ ਹੋਣ, ਇਸ ਤਰ੍ਹਾਂ ਦੇ ਪ੍ਰਾਣੀ, ਇਸ ਤਰ੍ਹਾਂ ਦੇ ਲੋਕ ਹਮੇਸ਼ਾ ਹੀ ਧਰਤੀ ਉੱਤੇ ਮੌਜੂਦ ਰਹੇ ਹਨ। ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਖਿਲਾਫ ਆਵਾਜ਼ ਉਠਾਈ। ਬਾਬਰ ਜਿਹੜਾ ਬਹੁਤ ਹੀ ਅਤਿਆਚਾਰੀ, ਸ਼ਕਤੀਸ਼ਾਲੀ ਬਾਦਸ਼ਾਹ ਸੀ, ਉਹਨੇ ਮਨ ਬਣਾ ਲਿਆ ਕਿ ਮੈਂ ਹਿੰਦੁਸਤਾਨ ਉੱਤੇ ਕਬਜ਼ਾ ਕਰਨਾ ਹੈ। ਡਰਾਉਣ ਦੇ ਲਈ, ਧਮਕਾਉਣ ਦੇ ਲਈ ਕਹਿੰਦੇ ਹਨ ਕਿ ਉਹ ਪਿੰਡ ਦੇ ਵਿੱਚ ਵੜ ਕੇ ਲਾਸ਼ਾਂ ਦਾ ਢੇਰ ਲਗਾ ਦਿੰਦਾ ਸੀ ਅਤੇ ਫਿਰ ਉਹਦੇ ਫੌਜੀ ਆਲੇ ਦੁਆਲੇ ਨਸ਼ਾ ਆਦਿ ਕਰਕੇ ਨੱਚਦੇ ਸੀ, ਬਹਾਦਰੀ ਦੀਆਂ ਮਾਰਦੇ ਸੀ ਸ਼ੇਖੀਆਂ
ਕਿ ਅਸੀਂ ਪਿੰਡ ਮਾਰ ਦਿੱਤਾ, ਪਿੰਡ ਉਜਾੜ ਦਿੱਤਾ। ਖੌਫ ਪੈ ਗਿਆ ਲੋਕਾਂ ਦੇ ਦਿਲਾਂ ਦੇ ਵਿੱਚ। ਲੋਕ ਪਹਿਲਾਂ ਹੀ ਪਿੰਡ ਛੱਡ ਕੇ ਦੌੜ ਜਾਂਦੇ ਕਿ ਬਾਬਰ ਆ ਰਿਹਾ ਹੈ। ਲੁੱਟਣੇ ਵਾਲੇ ਲੁੱਟ ਲੈ ਜਾਂਦੇ। ਬਾਬਰ ਦੇ ਫੌਜੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕ ਇਸ ਧਰਤੀ 'ਤੇ ਵੱਸਦੇ ਹਨ, ਜਿਹੜੇ ਮਰੇ ਹੋਇਆਂ ਦੇ ਕਫਨਾਂ ਉੱਤੋਂ ਵੀ ਧਨ ਬਟੋਰਦੇ ਹਨ। ਬਾਬਰ ਨੂੰ ਸਿੱਧੇ ਤੌਰ 'ਤੇ ਲਲਕਾਰਿਆ ਇਨਕਲਾਬੀ ਨਾਨਕ ਨੇ, ਤੇ ਨਾਲ ਹੀ ਪ੍ਰਭੂ ਪਰਮਾਤਮਾ ਨੂੰ, ਜਿਹਦੇ ਜ਼ਿੰਮੇਵਾਰੀ ਅਕਾਲ ਪੁਰਖ ਦੀ, ਕਿ ਪਰਮਾਤਮਾ ਇਸ ਤਰ੍ਹਾਂ ਦਾ ਗੁੰਡਾ ਬਦਮਾਸ਼ ਤਾਂ ਪੈਦਾ ਕੀਤਾ ਜਿਹੜਾ ਲੋਕਾਂ ਦਾ ਅਤਿਆਚਾਰ ਕਰ ਰਿਹਾ, ਘਾਣ ਕਰ ਰਿਹਾ। ਖੁਰਾਸਾਨ ਕਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਏਤੀ ਮਾਰ ਪਈ ਕਰਲਾਣੇ, ਤੈ ਕੀ ਦਰਦ ਨਾ ਆਇਆ। ਮੁਕਬਰਾਂ ਨੇ ਜਾ ਕੇ ਚੁਗਲੀ ਬਾਬਰ ਦੇ ਕੋਲ ਕਰ ਦਿੱਤੀ ਕਿ ਸਾਹਿਬੇ ਕਲਾਮ ਬਾਦਸ਼ਾਹ ਸਲਾਮਤ ਇੱਕ ਹਿੰਦੂ ਹੈ, ਤਪਾ ਹੈ, ਨਾਨਕ ਨਾਮ ਹੈ ਉਸਦਾ, ਬਹੁਤ ਜ਼ਿਆਦਾ ਪ੍ਰਚਾਰ ਆਪ ਦੇ ਖਿਲਾਫ ਕਰਦਾ ਹੈ, ਉਹਨੂੰ ਰੋਕਿਆ ਜਾਣਾ ਚਾਹੀਦਾ ਹੈ। ਤਾਂ ਬਾਬਰ ਨੇ ਆਪਣੇ ਸਿਪਾਹੀ ਭੇਜ ਕੇ ਗੁਰੂ ਨਾਨਕ ਸਾਹਿਬ ਨੂੰ, ਸੱਚੇ ਪਾਤਸ਼ਾਹ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਿੱਥੇ ਚੱਕੀਆਂ ਚੱਲਦੀਆਂ ਸੀ ਉੱਥੇ ਬੰਦ ਕਰ ਦਿੱਤਾ ਹੋਰ ਕੈਦੀਆਂ ਦੇ ਨਾਲ। ਦੁਨੀਆ ਨੂੰ ਆਜ਼ਾਦ ਕਰਨ ਵਾਲਾ ਇੱਕ ਅਤਿਆਚਾਰ ਬਾਦਸ਼ਾਹ ਵੱਲੋਂ ਬੰਦ ਕਿਵੇਂ ਹੋ ਸਕਦਾ ਸੀ? ਬੇਸ਼ੱਕ ਕੰਧਾਂ ਅਤਿਆਚਾਰ ਜ਼ੁਲਮ ਦੀਆਂ ਕਿੰਨੀਆਂ ਵੀ ਉੱਚੀਆਂ ਨਾ ਹੋਣ, ਕਿੰਨੀਆਂ ਵੀ ਉੱਚੀਆਂ ਹੋਣ, ਪਰ ਖੰਭ ਲੱਗੇ ਹੋਏ ਇਨਕਲਾਬ ਦੇ, ਲੋਕਾਂ ਦੇ ਦਰਦ ਦੇ, ਪੀੜਾਂ ਦੇ, ਉਹ ਨਾਨਕ ਉਹਨਾਂ ਕੰਧਾਂ ਦੇ ਵਿਚਕਾਰ ਕੈਦ ਨਹੀਂ ਸੀ ਹੋ ਸਕਦਾ। ਜਦੋਂ ਸਾਰੇ ਕੈਦੀਆਂ ਨੂੰ ਨਾਨਕ ਦੀ ਸੁਗੰਧੀ ਪ੍ਰਾਪਤ ਹੋ ਗਈ, ਦਰਸ਼ਨਾਂ ਨਾਲ ਨਿਹਾਲ ਹੋ ਗਏ, ਪਹਿਰੇਦਾਰ ਵੀ ਖੁਮਾਰੀ ਦੇ ਵਿੱਚ ਆ ਗਏ ਕਿ ਕਿਸ ਤਰ੍ਹਾਂ ਦਾ ਫਰਿਸ਼ਤਾ ਇੱਥੇ ਆਇਆ, ਜਿਹਨੂੰ ਦੇਖਦਿਆਂ ਹੀ ਖੁਮਾਰੀ ਚੜ੍ਹ ਜਾਂਦੀ ਹੈ। ਜੇ ਉਹਦੀ ਆਵਾਜ਼ ਕੰਨੀ ਪੈ ਜਾਵੇ ਤਾਂ ਇਸ ਤਰ੍ਹਾਂ ਲੱਗਦਾ ਕਿ ਅੱਲਾ ਖੁਦ ਮਿਲ ਗਿਆ। ਕੁਝ ਦਿਨਾਂ ਬਾਅਦ ਕਿਸੇ ਸੂਈਏ ਨੇ ਜਾ ਕੇ ਬਾਬਰ ਨੂੰ ਫੇਰ ਕਿਹਾ, ਬਾਦਸ਼ਾਹ ਸਲਾਮਤ, ਤੁਹਾਡਾ ਰਾਜ ਸਲਾਮਤ ਨਹੀਂ ਰਹਿਣਾ ਜੇ ਉਸ ਉੱਚ ਦੇ ਪੀਰ ਫਕੀਰ ਦਰਵੇਸ਼ ਨਾਨਕ ਨੂੰ ਬਾਹਰ ਨਾ ਕੱਢਿਆ। ਉਹਦੀ ਹਾਂ ਮਾਰ ਲਵੇਗੀ, ਤੁਹਾਨੂੰ ਅਜਾੜਾ ਹੋ ਜਾਵੇਗਾ। ਗੁਰੂ ਪਿਆਰਿਓ, ਇਸ ਤਰ੍ਹਾਂ ਦੇ ਬਾਦਸ਼ਾਹ ਡਰਪੋਕ ਹੁੰਦੇ ਹਨ, ਖਾਸ ਕਰਕੇ ਜਦੋਂ ਸ਼ਾਸਨ ਜਾਣ ਦਾ ਸਮਾਂ ਆ ਜਾਵੇ। ਭੇਜੇ ਬੜੇ ਕਰੀਬੀ ਕਿ ਮਿਹਨਤ ਕਰੋ ਮੇਰੇ ਵੱਲੋਂ, ਉਸ ਗੁਰੂ ਦੇ ਪਿਆਰੇ ਨੂੰ, ਉਸ ਅੱਲਾ ਦੇ ਪੀਰ ਨੂੰ ਮੈਨੂੰ ਛੇਤੀ ਤੋਂ ਛੇਤੀ ਬੁਲਾਓ। ਜਦੋਂ ਗੁਰੂ ਨਾਨਕ ਸਾਹਿਬ ਨੂੰ ਤੱਕਿਆ ਵਜ਼ੀਰਾਂ ਨੇ ਆ ਕੇ, ਤਾਂ ਜਿੰਨਾ ਸੁਣਿਆ ਸੀ ਉਦੋਂ ਵੱਧ ਪਾਇਆ। ਹੱਥ ਜੋੜ ਲਏ, ਦੰਡਵਤ ਪ੍ਰਣਾਮ ਕੀਤੀ, ਨਮਸਕਾਰ ਕੀਤੀ, ਸਿਜਦਾ ਕੀਤਾ। ਐ ਖੁਦਾ ਦੇ ਬੰਦੇ, ਤੈਨੂੰ ਸਾਡੇ ਬਾਦਸ਼ਾਹ ਯਾਦ ਕਰ ਰਹੇ ਹਨ।
ਮਹਿਲਾਂ ਦੇ ਵਿੱਚ ਤੁਹਾਡੇ ਦਰਸ਼ਨਾਂ ਦੇ ਪਿਆਸੇ ਨੇ ਹੱਥ ਬੰਨ੍ਹ ਕੇ ਸੁਨੇਹਾ ਭੇਜਿਆ ਕਿ ਗਲਤੀ ਹੋ ਗਈ। ਅੱਲਾ ਦੇ ਪੀਰ ਨੂੰ ਬੇਨਤੀ ਕਰ ਦੇਵੋ ਕਿ ਸਾਨੂੰ ਆ ਕੇ ਮਹਿਲਾਂ ਦੇ ਵਿੱਚ ਮਿਲੇ। ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਭਾਈ ਸਾਡੇ ਗਰੀਬਾਂ ਦਾ, ਸਾਡੇ ਨੀਚਾਂ ਦਾ ਸ਼ਾਹੂਕਾਰਾਂ ਦੇ ਮਹਿਲਾਂ 'ਚ ਕੀ ਕੰਮ। ਹਾਂ, ਜੇ ਬਾਦਸ਼ਾਹ ਦਾ ਦਿਲ ਬਹੁਤਾ ਮਿਲਣ ਨੂੰ ਕਰਦਾ ਹੀ ਹੈ, ਜਿਸ ਤਰ੍ਹਾਂ ਤੁਸੀਂ ਆਏ ਹੋ ਇਸੇ ਤਰ੍ਹਾਂ ਉਹ ਆ ਜਾਵੇ। ਬੰਦਾ ਤਾਂ ਖੁਦਾ ਦਾ ਹੀ ਹੈ, ਕੀ ਹੋਇਆ, ਜ਼ਾਲਮ ਬਣ ਗਿਆ। ਇਹੀ ਗੁਪਤਗੂ ਜਾ ਕੇ ਸਲਾਹੀਆਂ ਨੇ ਬਾਦਸ਼ਾਹ ਨੂੰ ਦੇ ਦਿੱਤੀ ਕਿ ਬਾਦਸ਼ਾਹ ਅੱਲਾ ਦਾ ਪੀਰ ਨਹੀਂ ਆਵੇਗਾ। ਬਾਦਸ਼ਾਹ ਨੇ ਉਸੇ ਵੇਲੇ ਕਦਮ ਪੁੱਟ ਲਏ ਆਪਣੀ ਕੈਦਖਾਨੇ ਵੱਲ, ਜਿੱਥੇ ਗੁਰੂ ਨਾਨਕ ਨੂੰ ਕੈਦੀ ਬਣਾਇਆ ਸੀ। ਅੱਲਾ ਦੇ ਪੀਰ ਨੂੰ ਇਸ ਗੱਲੋਂ ਅੰਦਰ ਬੰਦ ਕਰ ਦਿੱਤਾ ਕਿ ਉਹਨੇ ਸੱਚ ਦਾ ਬੀੜਾ ਚੁੱਕਿਆ ਸੀ। ਆ ਕੇ ਸਲਾਮ ਕਰਦਾ ਹੈ ਝੁਕ ਕੇ, ਦੋਨੇ ਹੱਥ ਜੋੜ ਕੇ ਕਿ ਮੈਨੂੰ ਮਾਫ ਕਰ ਦਿਓ, ਗਲਤੀ ਹੋ ਗਈ। ਢਹਿ ਪਿਆ ਚਰਨਾਂ ਦੇ ਵਿੱਚ ਬਾਬਰ, ਅਤਿਆਚਾਰੀ ਬਾਦਸ਼ਾਹ, ਜਿਹਦਾ ਨਾਂ ਸੁਣ ਕੇ ਲੋਕ ਖੌਫ ਖਾਂਦੇ ਸੀ, ਅੱਜ ਗੁਰੂ ਦੇ ਚਰਨਾਂ ਦੇ ਵਿੱਚ ਪਿਆ। ਮਿੰਨਤਾਂ ਤਰਲੇ ਕੀਤੇ, ਸੱਚੇ ਪਾਤਸ਼ਾਹ ਮੇਰੇ ਮਹਿਲਾਂ ਦੇ ਵਿੱਚ ਇੱਕ ਗੁਨਾਹਗਾਰ ਬੰਦੇ ਦੇ ਘਰ ਦੇ ਵਿੱਚ ਤੁਸੀਂ ਆਪਣੇ ਪਵਿੱਤਰ ਚਰਨ ਪਾ ਦਿਓ, ਮੇਰੀ ਵੀ ਕੱਟੀ ਜਾਵੇਗੀ, ਮੇਰੀ ਵੀ ਕੀਤੀ ਬਖਸ਼ੀ ਜਾਵੇਗੀ। ਉਸ ਬਾਬਰ ਦੇ ਮਹਿਲਾਂ ਦੇ ਵਿੱਚ ਸਤਿਕਾਰ ਸਹਿਤ ਸੱਚੇ ਪਾਤਸ਼ਾਹ ਨੂੰ ਲਿਜਾਇਆ ਗਿਆ। ਚਾਅ ਨਹੀਂ ਰਿਹਾ ਬੇਗਵਾਂ ਦਾ ਕਿ ਦੁਨੀਆ ਦਾ ਰਹਿਬਰ ਸਾਡੇ ਘਰੇ ਆਇਆ ਹੈ। ਚਾਅ ਨਾ ਚੱਕਿਆ ਗਿਆ ਬਾਦਸ਼ਾਹ ਦਾ, ਪਰ ਫਿਰ ਵੀ ਕਮਲ ਕੁੱਟ ਗਿਆ। ਮਹਿੰਗੀ ਤੋਂ ਮਹਿੰਗੀ ਸ਼ਰਾਬ ਲਿਆ ਕੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਟਿਕਾ ਦਿੱਤੀ। ਬਾਦਸ਼ਾਹ ਨੇ ਝੁਕ ਕੇ ਕਿਹਾ, ਸੱਚੇ ਪਾਤਸ਼ਾਹ, ਐ ਅੱਲਾ ਦੇ ਪੀਰ, ਮੈਂ ਰੋਜ਼ ਪੀਂਦਾ ਹਾਂ, ਅੱਜ ਤੁਸੀਂ ਵੀ ਪੀਓ। ਪਾਤਸ਼ਾਹ ਮੁਸਕਰਾ ਕੇ ਬਾਬਰ ਵੱਲ ਦੇਖ ਕੇ ਕਹਿੰਦੇ ਨੇ, ਬਾਬਰ, ਮੈਂ ਇੱਕੋ ਹੀ ਕਿਸਮ ਦੀ ਪੀਂਦਾ ਹਾਂ, ਉਹਦਾ ਨਾਂ ਹੈ ਖਮਾਰੀ। ਤੇਰੇ ਕੋਲ ਹੈ ਤਾਂ ਲੈ ਆ, ਆਹ ਸ਼ਰਾਬ ਮੈਂ ਨਹੀਂ ਪੀਂਦਾ। ਫਿਰ ਵੀ ਹੰਕਾਰੀ ਬਾਦਸ਼ਾਹ ਨੂੰ ਸਮਝ ਨਹੀਂ ਪਈ। ਸੋਚਦਾ ਕੋਈ ਹੋਵੇਗਾ ਨਾ ਸ਼ਰਾਬ ਦਾ ਖਮਾਰੀ। ਆਪਣੇ ਮੰਤਰੀਆਂ ਨੂੰ ਭੇਜਦਾ ਕਿ ਬਾਜ਼ਾਰੋਂ ਲੈ ਆਓ। ਸਾਰਾ ਸ਼ਹਿਰ ਢੂੰਡ ਲਿਆ, ਖਮਾਰੀ ਨਹੀਂ ਮਿਲੀ। ਮੁੜ ਕੇ ਆ ਗਏ ਮੁੱਲ ਲਟਕਾ ਕੇ। ਸ਼ਹਿਨਸ਼ਾਹ, ਇਸ ਸ਼ਹਿਰ 'ਚ ਬ੍ਰਾਂਡ ਆ ਜਿਹੜਾ ਸ਼ਰਾਬ ਦਾ ਨਹੀਂ ਮਿਲਦਾ। ਲਾਲ ਅੱਖਾਂ ਕਰਕੇ ਘੂਰਦਾ ਹੋਇਆ ਕਹਿੰਦਾ, ਹੋਰ ਸ਼ਹਿਰ 'ਚ ਬੰਦੇ ਭੇਜ ਦਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਬਾਬਰ, ਇਹ ਕਿਤੋਂ ਵੀ ਤੈਨੂੰ ਨਹੀਂ ਲੱਭਣੀ। ਇਹ ਸਿਰਫ ਤੇ ਸਿਰਫ ਦਰਵੇਸ਼ਾਂ ਦੇ ਕੋਲ, ਪ੍ਰਭੂ ਦੇ ਪਿਆਰਿਆਂ ਦੇ ਕੋਲ ਹੀ ਹੁੰਦੀ ਹੈ। ਸੱਚੇ ਪਾਤਸ਼ਾਹ, ਫਿਰ ਤੁਸੀਂ ਆਪਣੇ ਵਾਲੀ ਮੈਨੂੰ ਪਿਲਾ ਦਿਓ। ਅੱਜ ਤੁਹਾਡੇ ਕੋਲ ਤਾਂ ਖਮਾਰੀ ਬਹੁਤ ਹੋਣੀ ਹੈ। ਮਰਦਾਨਿਆ ਬਾਜ਼ਾਰ ਬਾਬਰ, ਅੱਖਾਂ ਮੀਚ ਲੈ, ਇਹ ਮੂੰਹ ਨਾਲ ਪੀਣ ਵਾਲੀ ਸ਼ਰਾਬ ਨਹੀਂ ਹੈ।
ਇਹ ਕੰਨਾਂ ਦੇ ਰਾਹੀਂ ਤੇਰੇ ਸਰੀਰ ਦੇ ਵਿੱਚ ਪ੍ਰਵੇਸ਼ ਕਰੇਗੀ ਤੇ ਇਸ ਤਰ੍ਹਾਂ ਦਾ ਨਸ਼ਾ ਤੈਨੂੰ ਦੇਵੇਗੀ ਜਿਹੜਾ ਤੈਂ ਕਦੇ ਅੱਜ ਤੱਕ ਸੁਣਿਆ ਨਹੀਂ, ਹੰਢਾਇਆ ਨਹੀਂ। ਮਰਦਾਨੇ ਨੇ ਰਬਾਬ ਵਜਾਈ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗਾਇਨ ਕੀਤਾ ਸ਼ਬਦ ਪਰਮੇਸ਼ਰ ਪਿਆਰੇ ਦਾ, ਤਾਂ ਬਾਬਰ ਖੁਮਾਰੀ ਦੇ ਵਿੱਚ ਲੁਟਕ ਗਿਆ, ਦੁਨੀਆ ਨੂੰ ਭੁੱਲ ਗਿਆ। ਜਦੋਂ ਮੁੜ ਕੇ ਪਤਾ ਲੱਗਿਆ ਕਿ ਮੈਂ ਬਾਬਰ ਹਾਂ, ਹਿੰਦੁਸਤਾਨ ਦਾ ਬਾਦਸ਼ਾਹ ਹਾਂ, ਮੇਰੇ ਘਰੇ ਗੁਰੂ ਨਾਨਕ ਦੇਵ ਜੀ ਆਏ ਹੋਏ ਨੇ, ਤਾਂ ਫਿਰ ਢਹਿ ਪਿਆ ਚਰਨਾਂ ਦੇ ਵਿੱਚ। ਪਾਤਸ਼ਾਹ, ਮੈਂ ਤੁਹਾਡਾ ਗੁਲਾਮ ਬੰਦਾ ਹਾਂ, ਮੈਨੂੰ ਨਹੀਂ ਸੀ ਪਤਾ ਮੇਰੇ ਤੋਂ ਕਿੱਡਾ ਗੁਨਾਹ ਹੋ ਗਿਆ, ਕਿੰਨੇ ਅਤਿਆਚਾਰ ਕੀਤੇ ਹੈ ਬਾਬਰ ਤੈਂ, ਕਿੰਨੇ ਖੂਨ ਕੀਤੇ ਹੈ, ਹੰਕਾਰੀ, ਪਾਪੀ, ਚੋਰ, ਹਰਾਮਖੋਰ, ਸਾਰੇ ਰੂਪ ਕੁੜਿਆਰ। ਬਾਬਰ ਅੱਲਾ ਨੂੰ ਬੰਦਗੀ ਕਰਦੇ, ਆਪਣੇ ਰੱਬ ਨੂੰ ਜਿਹਨੂੰ ਤੂੰ ਮੰਨਦਾ ਸਜਦਾ ਕਰਦੇ, ਤੈਨੂੰ ਬਖਸ਼ ਦੇਵੇਗਾ, ਉਹਦੇ ਘਰੇ ਘਾਟਾ ਨਹੀਂ ਹੈ। ਹਾਂ, ਜੇ ਤੂੰ ਹੰਕਾਰ ਛੱਡ ਕੇ, ਪਾਪ ਛੱਡ ਕੇ ਰਾਜ ਕਰੇਗਾ, ਤੇਰੇ ਘਰਾਣੇ ਦਾ ਲੰਬਾ ਸਮਾਂ ਰਾਜ ਚੱਲੂ ਇਸ ਮੁਲਕ ਦੇ ਵਿੱਚ, ਹਿੰਦੁਸਤਾਨ ਦੇ ਵਿੱਚ। ਅੱਖਾਂ ਪੂੰਝੀਆਂ ਬਾਬਰ ਨੇ, ਫਿਰ ਮੁੜ ਕੇ ਡੰਡਵਤ ਪ੍ਰਣਾਮ ਕੀਤਾ ਤੇ ਮੁੜ ਕੇ ਬਾਬਰ ਨੇ ਇਨਸਾਫ ਦਾ ਰਾਜ ਕੀਤਾ। ਗੁਰੂ ਪਿਆਰਿਓ, ਦਿਆਲੂ ਕਿਰਪਾਲੂ ਪਿਤਾ ਹਮੇਸ਼ਾ ਹੀ ਬਖਸ਼ੰਦ ਹੈ। ਸੱਚੇ ਪਾਤਸ਼ਾਹ ਉਹਨਾਂ ਹੰਕਾਰੀਆਂ, ਨਿੰਦਕਾਂ, ਦੁਸ਼ਟਾਂ, ਪਾਪੀਆਂ ਦੀ ਗੱਲ ਕਰਦੇ ਹਨ। ਅਸੰਖ ਮੂਰਖ, ਅੱਧ ਘੋਰ, ਅੱਧ ਘੋਰ, ਅੰਨੇ ਮੂੜ, ਜਿਨ੍ਹਾਂ ਨੂੰ ਦੇਖਦਾ ਨਹੀਂ ਹੈ, ਜਿਨ੍ਹਾਂ ਦੇ ਕੰਨ ਸੁਣਦੇ ਨਹੀਂ ਹੈ, ਅੱਖਾਂ ਦੇਖ ਨਹੀਂ ਸਕਦੀਆਂ, ਮੂਰਖ ਹਨ। ਇਹ ਉਹ ਮੂਰਖ ਨਹੀਂ ਹਨ ਜਿਨ੍ਹਾਂ ਦਾ ਦਿਮਾਗ ਨਹੀਂ ਕੰਮ ਕਰਦਾ। ਇਹ ਜਾਣ ਬੁੱਝ ਕੇ ਪਾਗਲ ਬਣੇ ਹੋਏ ਹਨ ਲੋਕਾਂ ਦਾ ਖੂਨ ਪੀਣ ਦੇ ਲਈ। ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਅਗਲੀ ਪੰਕਤੀ ਦੇ ਵਿੱਚ ਸੱਚੇ ਪਾਤਸ਼ਾਹ ਕਮਾਲ ਕਰ ਰਹੇ ਹਨ। ਅਸੰਖ ਚੋਰ, ਹਰਾਮ ਖੋਰ। ਗੁਰੂ ਪਿਆਰਿਓ, ਚੋਰ ਆਪਣੇ ਆਪ 'ਚ ਮਾਨ ਨਹੀਂ ਹੈ। ਚੋਰ, ਚੋਰੀ ਕਰਨ ਵਾਲਾ, ਫਿਰ ਹਰਾਮ, ਫਿਰ ਖੋਰ। ਸੱਚੇ ਪਾਤਸ਼ਾਹ ਨੇ ਗਜ਼ਬ ਦੇ ਸ਼ਬਦ ਵਰਤੇ ਹਨ। ਇਹਨਾਂ ਪਾਪੀ, ਇਹਨਾਂ ਹੰਕਾਰੀਆਂ ਨੂੰ ਇਹਨਾਂ ਦੀ ਥਾਂ ਦਿਖਾਉਣ ਦੇ ਲਈ ਅਸੰਖਾਂ ਦੀ ਗਿਣਤੀ ਵਿੱਚ ਤਸਕਰ ਲੋਕ, ਜਿਹੜੇ ਗਰੀਬਾਂ ਦਾ ਹੱਕ ਚੋਰੀ ਕਰਦੇ ਹਨ ਤੇ ਖਾ ਕੇ ਹਰਾਮ ਕਰ ਦਿੰਦੇ ਹਨ, ਫਿਰ ਹੋਰਾਂ ਨੂੰ ਲੱਭਦੇ ਹਨ। ਹਰ ਰੋਜ਼ ਠੱਗੀਆਂ, ਚੋਰੀਆਂ, ਡਾਕੇ ਮਾਰਦੇ ਹਨ। ਸੱਚੇ ਪਾਤਸ਼ਾਹ ਨੇ ਕਿੰਨੇ ਤਕੜੇ ਲਫ਼ਜ਼ ਵਰਤੇ ਆ, ਚੋਰ, ਹਰਾਮ ਖੋਰ। ਚੋਰ ਵੀ ਆਪਣੇ ਆਪ 'ਚ ਬਹੁਤ ਵੱਡਾ ਪਾਪੀ, ਹਰਾਮ, ਜਿਹੜਾ ਕਿਰਤ ਕਣ ਕਿਸੇ ਦਾ ਖਾ ਕੇ ਮੁੱਕਰ ਜਾਵੇ। ਖੋਰ, ਖੋਰ ਰੱਖਣ ਵਾਲਾ, ਜਿੱਦ ਕਰਨ ਵਾਲਾ, ਉਹਨਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ। ਅਸੰਖ ਅਮਰ ਕਰ ਜਾਏ ਜੋਰ। ਬਹੁਤ ਸਾਰੇ ਆ ਜਿਹੜੇ ਧੱਕੇ ਨਾਲ ਰਾਜ ਕਰਦੇ ਹਨ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਬਹੁਤ ਹੀ ਸਖਤ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਅਸੰਖ ਅਮਰ ਕਰ ਜਾਏ ਜੋਰ,
ਧੱਕੇ ਨਾਲ ਰਾਜ ਕਰਦਾ, ਆਪਣੀ ਹਿੰਡ ਪਕਾਉਣੀ, ਕਿਸੇ ਗਰੀਬ ਦੇ ਪੈਸੇ ਨਹੀਂ ਦੇਣੇ, ਮਿਹਨਤ ਕੀਤੀ ਹੋਇਆ ਹੱਕ ਮਾਰ ਲੈਣਾ, ਕਿਸੇ ਵਿਚਾਰੇ ਦੀ ਧੱਕੇ ਨਾਲ ਕੋਈ ਪ੍ਰਾਪਰਟੀ ਜ਼ਬਤ ਕਰ ਲੈਣੀ, ਜਾਂ ਗਰੀਬ ਦੀ ਇੱਜ਼ਤ ਦੇ ਉੱਤੇ ਡਾਕਾ ਮਾਰ ਲੈਣਾ। ਇਸ ਤਰ੍ਹਾਂ ਦੇ ਲੋਕਾਂ ਨੂੰ ਸੱਚੇ ਪਾਤਸ਼ਾਹ ਨੇ ਅਮਰ ਕਰ ਜਾਏ ਜ਼ੋਰ, ਜਿਹੜੇ ਧੱਕੇ ਨਾਲ ਹੰਕਾਰ ਜਮਾ ਲੈਂਦੇ ਹਨ। ਅਸੰਖ ਗਲ ਵੱਢ ਹੱਤਿਆ ਕਮਾਏ, ਕਿੰਨੇ ਗਲ ਵੱਢੇ ਜਾਂਦੇ ਹਨ ਗਰੀਬਾਂ ਦੇ। ਹਮੇਸ਼ਾ ਗਰੀਬ ਹੀ ਮਾਰਿਆ ਜਾਂਦਾ ਹੈ, ਲਤਾੜਿਆ ਜਾਂਦਾ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਜਾਨਵਰਾਂ ਦੇ ਉੱਤੇ ਕਿੰਨਾ ਅਤਿਆਚਾਰ ਹੁੰਦਾ ਹੈ, ਪਸ਼ੂਆਂ ਦੇ ਉੱਤੇ, ਪੰਛੀਆਂ ਦੇ ਉੱਤੇ। ਮਨੁੱਖ ਜਿਹੜਾ ਪ੍ਰਭੂ ਦਾ ਇਮੇਜ ਹੈ, ਇਸ ਯੁੱਗ ਦਾ ਸ਼ੋਅ ਪੀਸ ਹੈ, ਉਹੀ ਇੰਨੀ ਕਰੂਅਲਟੀ 'ਤੇ ਉਤਰ ਆਇਆ ਕਿ ਜਿਉਂਦੇ ਜੀਆਂ ਨੂੰ ਖਾਂਦਾ ਹੈ। ਪ੍ਰਸੰਨ ਹੋ ਕੇ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਕੁਦਰਤ ਨੂੰ ਉਜਾੜਨ ਲੱਗ ਪਿਆ। ਇਹ ਭੁੱਲ ਗਿਆ ਕਿ ਮੈਂ ਵੀ ਇਸ ਕੁਦਰਤ ਦਾ ਹੀ ਹਿੱਸਾ ਹਾਂ। ਗਰੀਬਾਂ ਦੇ ਗਲ ਵੱਢ ਵੱਢ ਕੇ, ਚਾਹੇ ਉਹ ਪਸ਼ੂ ਹੋਣ, ਪੰਛੀ ਹੋਣ, ਗਰੀਬ ਲੋਕ ਹੋਣ, ਹਰ ਰੋਜ਼ ਖੂਨ ਕਰਦਾ ਹੈ। ਇਹ ਵਿਗੜਿਆ ਹੋਇਆ ਪ੍ਰਾਣੀ ਅਸੰਖ ਪਾਪੀ ਪਾਪ ਕਰ ਜਾਏ। ਬਹੁਤ ਸਾਰੇ ਪਾਪੀ ਹਨ ਜਿਹੜੇ ਗੁਨਾਹ ਕਰੀ ਜਾਂਦੇ ਹਨ, ਕਰੀ ਜਾਂਦੇ ਹਨ। ਦੋ ਤਰ੍ਹਾਂ ਨਾਲ ਲੋਕ ਲੋਕਾਂ ਨੂੰ ਖਾਂਦੇ ਹਨ। ਇੱਕ ਤਾਂ ਉਹਨਾਂ ਦਾ ਸ਼ੋਸ਼ਣ ਕਰਕੇ ਮਨ, ਤਨ ਅਤੇ ਧਨ ਖਾਂਦੇ ਹਨ। ਦੂਸਰਾ ਉਹਨਾਂ ਦਾ ਮਿਹਨਤ ਮਜ਼ਦੂਰੀ ਦਾ ਹੱਕ ਮਾਰ ਕੇ ਉਹ ਖਾਂਦੇ ਹਨ। ਦੋਨੇ ਪਾਸੇ ਨੋਚਿਆ ਗਰੀਬ ਨੂੰ ਹੀ ਜਾਂਦਾ ਹੈ। ਅਸੰਖ ਕੂੜਿਆਰ ਕੂੜੇ ਫਰਾਏ, ਝੂਠੇ ਮਕਾਰ, ਮੁੱਕਰਦੇ ਵਾਲੇ ਲੋਕ, ਕੂੜਿਆਰ ਝੂਠੇ, ਕੂੜਾ ਚੁੱਕੀ ਫਿਰਦੇ ਨੇ, ਕੂੜ ਦੇ ਹੀ ਕੰਮ ਕਰਦੇ ਹਨ। ਉਹ ਭਟਕਦੇ ਫਿਰ ਰਹੇ ਹਨ, ਕੂੜੇ ਵਰਗਾ ਕੂੜੇ ਜੀਵਨ ਲੈ ਕੇ ਜੀ ਰਹੇ ਹਨ। ਅਸੰਖ ਮਲੇਛ ਮਲ ਭੱਖ ਖਾਏ, ਜਿਵੇਂ ਸੂਰ ਦੀ ਖੁਰਾਕ ਗੰਦਗੀ ਹੈ, ਹਮੇਸ਼ਾ ਹੀ ਗੰਦਗੀ ਦੇ ਵਿੱਚ ਮੂੰਹ ਮਾਰਦਾ ਹੈ। ਇਸੇ ਤਰ੍ਹਾਂ ਉਹਦਾ ਜੀਵਨ ਗੰਦਗੀ ਖਾਣਾ, ਗੰਦਗੀ ਫੈਲਾਉਣਾ। ਇਸ ਤਰ੍ਹਾਂ ਦੇ ਲੋਕ ਜਿਹੜੇ ਹਮੇਸ਼ਾ ਹੀ ਗੰਦ ਵਿੱਚ ਮੂੰਹ ਮਾਰਦੇ ਹਨ, ਉਹਨਾਂ ਦਾ ਜੀਵਨ ਹੀ ਗੰਦ ਬਣ ਜਾਂਦਾ ਹੈ। ਬਹੁਤ ਗਿਣਤੀ ਵਿੱਚ ਹਨ ਜਿਨ੍ਹਾਂ ਨੇ ਆਪਣਾ ਭੋਜਨ ਗੰਦੇ ਵਸਤਾਂ ਨੂੰ ਬਣਾ ਲਿਆ ਹੈ। ਅਸੰਖ ਨਿੰਦਕ ਸਿਰ ਕਰੇ ਭਾਰ, ਚੁਗਲਖੋਰ ਨਿੰਦਕ, ਜਿਹੜਾ ਸਵੇਰ ਤੋਂ ਸ਼ਾਮ ਤੱਕ ਇਹੀ ਖੱਟੀ ਖੱਟਦਾ ਹੈ ਕਿ ਮੈਂ ਕਿਹਦਾ ਬੁਰਾ ਕਰਾਂ, ਕਿਹਦੀ ਸੱਚੀ ਗੱਲ ਨੂੰ ਝੂਠੀ ਬਣਾਵਾਂ, ਕਿਹਨੂੰ ਜਲੀਲ ਕਰਾਂ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਬੇਅੰਤ ਹਨ ਉਹ ਅਣਗਿਣਤ ਲੋਕ ਹਨ ਜਿਹੜੇ ਕਲੰਕ ਲਵਾ ਕੇ ਆਪਣੇ ਮੱਥੇ ਉੱਤੇ ਪੰਡ ਪਾਪਾਂ ਦੀ ਚੁੱਕੀ ਫਿਰਦੇ ਹਨ।
ਉਹ ਨਿੰਦਕ ਹਨ, ਪਿੱਠ ਪਿੱਛੇ ਗੱਲਾਂ ਕਰਨ ਵਾਲੇ, ਜਿਨ੍ਹਾਂ ਨੇ ਅੱਜ ਤੱਕ ਇਸ ਧਰਤੀ ਉੱਤੇ ਕਿਸੇ ਨੂੰ ਬਖਸ਼ਿਆ ਨਹੀਂ। ਗੁਰੂ ਨਾਨਕ ਸਾਹਿਬ ਨੂੰ ਭੂਤਨਾ, ਕਰਾਈਆ, ਬੇਤਾਲਾ ਕਹਿ ਕੇ ਭੰਡਿਆ। ਇਹ ਅੱਜ ਵੀ ਇਸ ਧਰਤੀ 'ਤੇ ਮੌਜੂਦ ਹਨ, ਭਾਰ ਚੁੱਕੀ ਫਿਰਦੇ ਹਨ ਗੰਦਗੀ ਦਾ, ਚੁਗਲੀ ਨਿੰਦਿਆ ਦਾ ਭਾਰ। ਧਰਤੀ ਉਹਨਾਂ ਲੋਕਾਂ ਦਾ ਭਾਰ ਚੁੱਕਣ ਤੋਂ ਪਰੇਸ਼ਾਨ ਹੈ ਜਿਹੜੇ ਨਿੰਦਕ ਕਿਰਤ ਘੜ ਹਨ। ਗੁਰੂ ਪਿਆਰਿਓ, ਧਰਤੀ ਨੂੰ ਪਹਾੜ ਭਾਰੇ ਨਹੀਂ ਲੱਗਦੇ। ਸਮੁੰਦਰਾਂ ਦਾ ਪਾਣੀ ਧਰਤੀ ਨੂੰ ਭਾਰਾ ਨਹੀਂ ਲੱਗਦਾ। ਜੇ ਭਾਰੇ ਲੱਗਦੇ ਹਨ ਤਾਂ ਇਹ ਚੁਗਲੀ ਦੀਆਂ ਟੋਕਰੀਆਂ ਚੁੱਕੇ ਹੋਏ ਪ੍ਰਾਣੀ ਹੀ ਲੱਗਦੇ ਹਨ। ਆਪ ਤਾਂ ਇਹਨਾਂ ਨੇ ਜੀਵਨ ਤਬਾਹ ਕੀਤਾ ਹੀ ਹੈ, ਪਰ ਜਿਨ੍ਹਾਂ ਨੂੰ ਇਹ ਮੋਮੋ ਠਗੜੀਆਂ ਚੁਗਲੀਆਂ ਸੁਣਾਉਂਦੇ ਹਨ, ਉਹਨਾਂ ਨੂੰ ਵੀ ਨਾਲ ਹੀ ਲਗਾ ਲੈਂਦੇ ਹਨ। ਜਿਵੇਂ ਇੱਕ ਨਸ਼ਈ, ਨਸ਼ਾ ਕਰਨ ਵਾਲਾ ਪ੍ਰਾਣੀ ਜਵਾਨ ਮੁੰਡਿਆਂ ਨੂੰ ਨਸ਼ੇ ਦੇ ਵਿੱਚ ਫਸਾ ਦਿੰਦਾ ਹੈ, ਇਹ ਨਿੰਦਕ ਲੋਕ ਇਸੇ ਤਰ੍ਹਾਂ ਹੀ ਕਰਦੇ ਹਨ। ਸਿੱਧੇ ਸਾਦੇ ਲੋਕਾਂ ਨੂੰ ਇਹ ਭੈੜੀ ਆਦਤ ਪਾ ਦਿੰਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਧੰਨ ਧੰਨ ਗੁਰੂ ਨਾਨਕ ਦੇਵ ਜੀ, ਕਿ ਇਹਨਾਂ ਲੋਕਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ। ਬਹੁਤ ਵੱਡੀ ਗਿਣਤੀ ਦੇ ਵਿੱਚ ਹਨ। ਨਾਨਕ ਨੀਚ ਕਹੇ ਵਿਚਾਰ। ਹਾਊ ਵੰਡਰਫੁਲ vocabulary is used by Guru Nanak Sahib. ਨਾਨਕ ਨੀਚ, ਡਾਊਨ ਟੂ ਡਾਊਨ, ਸਭ ਤੋਂ ਨੀਵਾਂ ਨਾਨਕ ਵਿਚਾਰ ਨਾਲ ਸਮਝਾ ਰਿਹਾ ਹੈ। ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਮੇਰੇ ਪਿਤਾ ਪਰਮੇਸ਼ਰ, ਮੈਂ ਇੱਕ ਵਾਰ ਵੀ ਤੇਤੋਂ ਕੁਰਬਾਨ ਨਹੀਂ ਹੋ ਸਕਦਾ ਤੇਰੀ ਮਿਹਰ ਤੋਂ ਬਿਨਾਂ। ਮੇਰੇ ਅੰਦਰ ਸੁਪਨਾ ਕਿ ਮੈਂ ਕੁਰਬਾਨ ਹੋ ਹੀ ਜਾਵਾਂ। ਤੇਰੇ ਵੱਡੇ ਵਡਿਆਈ ਦੇ ਕਾਰਜ ਮੈਨੂੰ ਸੋਹਣੇ ਲੱਗਦੇ ਨੇ। ਜੋ ਤਿਦ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਮੈਨੂੰ ਬਹੁਤ ਚੰਗਾ ਲੱਗਦਾ ਹੈ ਪਰਮੇਸ਼ਰ ਨਿਰੰਕਾਰ। ਤੇਰਾ ਕੰਮ, ਤੇਰਾ ਕਾਜ ਬਹੁਤ ਸੋਹਣਾ ਹੈ। ਤੂੰ ਜਿਸ ਤਰ੍ਹਾਂ, ਤੂੰ ਕਦੇ ਵੀ ਜਨਮ ਨਹੀਂ ਲਿਆ, ਤੈਂ ਮਰਨਾ ਵੀ ਕਦੇ ਨਹੀਂ, ਪਰ ਫਿਰ ਵੀ ਤੂੰ ਜਵਾਨ ਹੈ, ਨਵਾਂ ਦਰੋਹ ਹੈ, ਤਕੜਾ ਹੈ, ਸ਼ਕਤੀਸ਼ਾਲੀ ਹੈ, ਤੇ ਤੂੰ ਪੁਰਖ ਹੈ, ਤੂੰ ਮੇਲ ਹੈ। ਸੱਚੇ ਪਾਤਸ਼ਾਹ ਗੁਰੂ ਪਿਆਰਿਓ ਸਾਨੂੰ ਸਮਝਾ ਰਹੇ ਹਨ ਇਹਨਾਂ ਲੋਕਾਂ ਦਾ ਕਿਰਦਾਰ, ਜਿਹੜੇ ਲਕਾਈ ਦਾ ਹਮੇਸ਼ਾ ਹੀ ਬੁਰਾ ਲੋਚਦੇ ਹਨ। ਇੱਕ ਵਾਰ ਅੰਗਰੇਜ਼ੀ ਦੇ ਵਿੱਚ ਆਪਾਂ ਵਿਚਾਰ ਕਰ ਲਈਏ, ਅਸੰਖ ਮੂਰਖ ਅੰਧ ਘੋਰ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਜਿਹੜੇ ਨੰਬਰਲੈਸ ਆਰ ਦੋਜ਼, ਉਹਨਾਂ ਦੀ ਕੋਈ ਗਿਣਤੀ ਨਹੀਂ। ਦੇ ਆਰ ਨੰਬਰਲੈਸ ਆਰ ਦਾ ਫੂਲਸ, blind, and they are dumb too. ਅਸੰਖ ਚੋਰ ਹਰਾਮਖੋਰ। Numberless are the thieves and the cheaters and thankless people who steal other people's property.
They are countless on this planet. They cannot be counted. ਸੰਖ ਚੋਰ ਹਰਾਮ ਖੋਰ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਸੰਖ ਚੋਰ ਹਰਾਮ ਖੋਰ, numberless are the thieves and cheaters. ਸੰਖ ਅਮਰ ਕਰ ਜਾਏ ਜੋਰ, too many are those, numberless are those who establish their sovereignty with the power on the poor, helpless people, downtrodden people. They test their force on those poor people who need help, and they give them the pushback. ਅਸੰਖ ਗੱਲ ਵੱਡ ਹੱਤਿਆ ਕਮਾਏ, numberless are the cut-throat people who commit murders. They kill the hard-working people with cheat or with the sword. ਅਸੰਖ ਪਾਪੀ ਪਾਪ ਕਰ ਜਾਏ, numberless are the sinners who go on committing sins. ਅਸੰਖ ਕੂੜਿਆਰ ਕੂੜੇ ਫਰਾਏ, numberless are the liars who wander in falsehood. They live in a dark world. ਅਸੰਖ ਮਲੇਛ ਮਲ ਭਿੱਖ ਖਾਏ. Those are numberless also. Dirty rich who partake filth in their ration. Their food is dirtiness. ਅਸੰਖ ਨਿੰਦਕ ਸਿਰ ਕਰੇ ਭਾਰ, numberless are the slanderers who carry on their heads loads of sins. ਨਾਨਕ ਨੀਚ ਕਹੇ ਵਿਚਾਰ, ਨਾਨਕ ਦਾ loyally give the description. ਮਾਰਿਆ ਨਾ ਜਾਵਾਂ ਇੱਕ ਵਾਰ, I cannot even once be a sacrifice into you, Lord. ਜੋ ਤੁਧ ਭਾਵੇ ਸਾਈ ਭਲੀ ਕਾਰ, whatever pleases thee, that is a good pursuit. ਤੂੰ ਸਦਾ ਸਲਾਮਤ ਨਿਰੰਕਾਰ, thou art ever safe and sound, O formless one. ਸੱਚੇ ਪਾਤਸ਼ਾਹ ਨੇ ਗੁਰੂ ਪਿਆਰਿਓ ਨਿਰੰਕਾਰ ਨਾਨਕ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਹੁਤ ਹੀ ਫੇਵਰਟ ਪਿਆਰਾ ਸ਼ਬਦ ਨਿਰੰਕਾਰ, ਜਿਹਦਾ ਭਾਵ ਨਿਕਲਦਾ ਨਿਰੰਕਾਰ, ਜਿਹਦਾ ਕੋਈ ਆਕਾਰ ਨਾ ਹੋਵੇ। ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਗੁਰੂ ਪਿਆਰਿਓ ਇਸ ਪੌੜੀ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਜ਼ਿਆਦਾ ਗਿਣਤੀ ਦੇ ਵਿੱਚ ਹਨ, ਨੰਬਰਲੈਸ ਹਨ, ਗਿਣੇ ਵੀ ਨਹੀਂ ਜਾ ਸਕਦੇ, ਅਸੰਖਾਂ ਦੀ ਗਿਣਤੀ ਦੇ ਵਿੱਚ ਹਨ। ਪਾਤਸ਼ਾਹ ਨੇ ਆਪਣਾ ਜੀਵਨ ਉਹਨਾਂ ਉੱਤੋਂ ਵਾਰਿਆ, ਕੁਰਬਾਨ ਕੀਤਾ, ਜਿਹੜੇ ਡਾਊਨ ਟੂ ਅਰਥ ਪੂਅਰ ਪੀਪਲ ਨੇ, ਗਰੀਬ ਹਨ। ਸਭ ਤੋਂ ਵੱਡੀ ਇਨਵੈਸਟਮੈਂਟ ਦੁਨੀਆ ਦੇ ਵਿੱਚ ਇਹ ਮਤ ਸੋਚ ਲਵੋ ਕਿ ਕੋਈ ਸ਼ਹਿਰ ਲਾਈਟਾਂ ਦਾ ਸ਼ਹਿਰ ਹੈ, ਉੱਥੇ ਬਹੁਤ ਵੱਡੀ ਇਨਵੈਸਟਮੈਂਟ ਹੋਈ ਹੈ, ਦੁਨੀਆ ਦੇ ਤਮਾਮ ਜੂਏ ਖਾਨਿਆਂ ਦਾ ਬਾਦਸ਼ਾਹ ਸਿਟੀ। ਇਹ ਮਤ ਸਮਝ ਲਵੋ ਕਿ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ, ਇਮਾਰਤਾਂ ਬਣਾਈਆਂ ਗਈਆਂ ਹਨ, ਅਸਮਾਨਾਂ ਨੂੰ ਛੋਹਣ ਵਾਲੇ ਹੋਟਲ ਮੋਟਲ,
ਇਹ ਮੱਤ ਸਮਝ ਲਵੋ ਕਿ ਸਮੁੰਦਰ ਦੇ ਕੰਢਿਆਂ ਨੂੰ ਸ਼ਿੰਗਾਰਿਆ ਗਿਆ ਹੈ, ਇੱਕ ਸਵਰਗ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਸਾਰੀਆਂ ਇਨਵੈਸਟਮੈਂਟਾਂ ਦੇ ਵਿੱਚੋਂ ਜੇ ਅੱਜ ਤੱਕ ਦੁਨੀਆ ਦੇ ਵਿੱਚ ਵੱਡੀ ਇਨਵੈਸਟਮੈਂਟ ਹੋਈ ਹੈ ਤਾਂ ਉਹ 20 ਰੁਪਈਆ ਦੀ ਹੋਈ ਹੈ, ਸੱਚੇ ਸੌਦੇ ਦੀ ਹੋਈ ਹੈ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕੀਤਾ। ਕੋਈ ਮਿਸਾਲ ਨਹੀਂ ਮਿਲਦੀ ਤੇ ਨਾ ਹੀ ਮਿਲੇਗੀ। ਅੱਜ ਤੱਕ ਇਸ ਤਰ੍ਹਾਂ ਦੀ ਇਸ ਧਰਤੀ 'ਤੇ ਇਨਵੈਸਟਮੈਂਟ ਨਹੀਂ ਹੋਈ ਤੇ ਨਾ ਹੀ ਹੋਵੇਗੀ। ਗਰੀਬਾਂ ਦੇ ਨਾਲ ਖੜਨ ਵਾਲੇ ਨਾਨਕ ਨੇ ਆਪਣਾ ਸਾਰਾ ਕੁਝ ਮਾਰ ਦਿੱਤਾ। ਪਿਓ ਦਾ ਬਚਿਆ ਹੋਇਆ ਖਜ਼ਾਨਾ ਉਹਨਾਂ ਭੁੱਖੇ ਸਾਧੂਆਂ ਦਾ ਢਿੱਡ ਭਰਨ ਲਈ ਲਗਾ ਦਿੱਤਾ। ਉਹ ਨਾਨਕ ਕਿਵੇਂ ਹੰਕਾਰੀਆਂ ਦੇ ਪੱਖ ਦੇ ਵਿੱਚ ਖਲੋ ਸਕਦਾ? ਉਹ ਮਾਲਕ ਭਾਗਵਾਂ ਦਾ ਨਾਨਕ ਕਿਵੇਂ ਬਣ ਸਕਦਾ ਹੈ? ਉਹ ਤਾਂ ਲਾਲੋਆਂ ਦਾ, ਕਿਰਤੀਆਂ ਦਾ, ਮਰਦਾਨਿਆਂ ਦਾ ਨਾਨਕ। ਇਸੇ ਕਰਕੇ ਹੀ ਪਾਤਸ਼ਾਹ ਨੇ ਖਰੀਆਂ ਖਰੀਆਂ ਸੁਣਾਈਆਂ ਨੇ ਇਸ ਪੌੜੀ ਦੇ ਵਿੱਚ। ਕਿੰਨੇ ਗਜਬ ਦੇ ਲਫ਼ਜ਼ ਵਰਤੇ ਹਨ। ਸ਼ਕਤੀਸ਼ਾਲੀ ਵੈਕੈਬਲਰੀ, ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੁੜਿਆਰ ਕੂੜੇ ਫਰਾਏ, ਅਸੰਖ ਮਲੇਸ਼ ਮਲ ਭਿੱਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ, ਮਾਰਿਆ ਨਾ ਜਾਵਾਂ ਏਕ ਵਾਰ, ਜੋ ਤਦ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਪਿਆਰਿਓ, ਇਸ ਤਰ੍ਹਾਂ ਦੀ ਬੋਲੀ, ਇਸ ਤਰ੍ਹਾਂ ਦੀ ਭਾਸ਼ਾ, ਇਸ ਤਰ੍ਹਾਂ ਦਾ ਸੱਚ ਗੁਰੂ ਨਾਨਕ ਤੋਂ ਬਿਨਾਂ ਹੋਰ ਕਹਿਣ ਦੀ ਕੋਈ ਜ਼ਰੂਰਤ ਨਹੀਂ ਰੱਖ ਸਕਦਾ। ਸਿਰ ਝੁਕਦਾ ਆਪਣੇ ਪਿਤਾ ਜੀ ਦੇ ਅੱਗੇ ਕਿ ਸਾਡੇ ਤੇ ਦਾਤਿਆ ਮਿਹਰ ਕਰ। ਅਸੀਂ ਦੁਨਿਆਵੀ ਜੀਵ ਕਿਹੜੇ ਚੱਕਰਾਂ ਦੇ ਵਿੱਚ ਪੈ ਗਏ, ਕਿੱਧਰ ਫਸ ਗਏ। ਤੂੰ ਗਰੀਬਾਂ ਨਾਲ ਖਲੋਦਾ ਰਿਹਾ ਤੇ ਅਸੀਂ ਅਮੀਰਾਂ ਨਾਲ ਖਲੋਣ ਲੱਗ ਪਏ। ਤੂੰ ਧੱਕਾ ਹੁੰਦਾ ਬਰਦਾਸ਼ਤ ਨਹੀਂ ਸੀ ਕਰ ਸਕਦਾ ਤੇ ਅਸੀਂ ਧੱਕਾ ਖੁਦ ਕਰਨ ਲੱਗ ਪਏ। ਮਿਹਰ ਕਰ ਦਾਤਿਆ, ਮਿਹਰ ਕਰ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।